ਦੋਸਤੋ ਜੋ ਬੰਗਲਾਦੇਸ਼ ਦੇ ਵਿੱਚ ਸੂਰਤ ਹਾਲ ਕੁਝ ਦਿਨ ਤੇ ਚੱਲ ਰਹੀ ਸੀ ਤੇ ਉਹ ਸੂਰਤ ਹਾਲ ਕਿਸੇ ਪਾਸੇ ਲੱਗ ਗਈ। ਅੱਜ ਬੰਗਲਾਦੇਸ਼ ਦੀ ਜਿਹੜੀ ਵਜ਼ੀਰ ਆਜ਼ਮ ਨੇ ਹਸੀਨਾ ਵਾਜਦ ਉਹ ਉਹਨਾਂ ਨੇ ਹੈਲੀਕਾਪਟਰ ਲਿਆ ਤੇ ਮੁਲਕ ਛੱਡ ਕੇ ਚਲੀਆਂ ਗਈਆਂ। ਫੌਜ ਨੇ ਉਹਨਾਂ ਕੋਲੋਂ ਅਸਤੀਫਾ ਲਿਆ ਔਰ ਆਰਮੀ ਚੀਫ ਜਿਹੜੇ ਵਕਾਰੂ ਜ਼ਮਾਨ ਹੈ, ਜਨਰਲ ਵਕਾਰੂ ਜ਼ਮਾਨ, ਉਹਨਾਂ ਨੇ ਜ਼ਰਾਏ ਬਲਾਗ ਦੇ ਨਾਲ ਖਿਤਾਬ ਕੀਤਾ, ਆਪਣੀ ਕੌਮ ਨਾਲ ਵੀ ਖਿਤਾਬ ਕੀਤਾ ਤੇ ਉਹਨਾਂ ਨੇ ਦੋ ਤਿੰਨ ਵੱਡੀਆਂ ਚੀਜ਼ਾਂ ਦਸੀਆਂ। ਇੱਕ ਤਾਂ ਉਹਨਾਂ ਨੇ ਕਿਹਾ ਕਿ ਮੁਲਕ ਦੇ ਵਿੱਚ ਅਸੀਂ ਅਮਨ ਕਾਇਮ ਕਰਾਂਗੇ ਔਰ ਦੂਸਰਾ ਕੌਮੀ ਹਕੂਮਤ ਬਣਾਉਣ ਦਾ ਉਹਨਾਂ ਨੇ ਐਲਾਨ ਕੀਤਾ। ਇਹ ਬੰਗਲਾਦੇਸ਼ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਦੀ ਇੱਕ ਤਹਿਰੀਕ ਚੱਲਣ ਰਹੀ ਸੀ ਔਰ ਇਸ ਤਹਿਰੀਕ ਨੂੰ ਵਜ੍ਹਾ ਤੌਰ 'ਤੇ ਜਿਹੜੇ ਉੱਥੋਂ ਦੇ ਯੂਨੀਵਰਸਿਟੀਜ਼ ਦੇ ਸਟੂਡੈਂਟਸ ਨੇ ਉਹਨਾਂ ਨੇ ਕਾਮਯਾਬ ਕੀਤਾ। ਪਰ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਇਹ ਤਹਿਰੀਕ ਬਗੈਰ ਕੁਰਬਾਨੀ ਦੇ ਨਹੀਂ ਕਾਮਯਾਬ ਹੋਈ। ਜਿਹੜੇ ਸਰਕਾਰੀ ਅਦਾਦੋ ਸ਼ੁਮਾਰ ਨੇ ਉਹ ਕਹਿੰਦੇ ਪਏ ਨੇ ਕਿ 200 ਪਹਿਲੇ ਨੌਜਵਾਨ ਜਿਹੜੇ ਨੇ ਉਹ ਮਾਰੇ ਗਏ ਤੇ 300 ਜਿਹੜੇ ਨੇ ਪਿਛਲੇ 2 ਦਿਨਾਂ ਦੇ ਵਿੱਚ ਮਾਰੇ ਗਏ, ਯਾਨੀ 500 ਨੌਜਵਾਨ ਜਿਹੜੇ ਨੇ ਉਹ ਮਾਰੇ ਗਏ। ਲੇਕਿਨ ਮੇਰੀ ਬੰਗਲਾਦੇਸ਼ ਦੀ ਇੱਕ ਫੈਮਿਲੀ ਦੇ ਨਾਲ ਦੋਸਤੀ ਔਰ ਉਸ ਫੈਮਿਲੀ ਤੋਂ ਮੈਂ ਵਕਤਨ ਫਵਕਤਨ ਪਿਛਲੇ ਕਈ ਸਾਲਾਂ ਤੋਂ ਬੰਗਲਾਦੇਸ਼ ਦੇ ਜਿਹੜੇ ਮਾਮਲਾਤ ਨੇ ਉਹਨਾਂ ਦੇ ਉੱਤੇ ਗੱਲ ਵੀ ਕਰਨਾ ਵਾ, ਕੋਈ ਮਾਲੂਮਾਤ ਵੀ ਲੈਣਾ, ਕੋਈ ਤਬਾਦਲਾ ਖਿਆਲ ਵੀ ਕਰਨਾ। ਚੰਦ ਦਿਨ ਪਹਿਲੇ ਮੇਰੀ ਗੱਲ ਜਦੋਂ ਹੋਈ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਦੱਸਿਆ ਜਾ ਰਿਹਾ ਮੀਡੀਆ ਦੇ ਵਿੱਚ ਕਿ 200 ਬੰਦਾ ਮਾਰਿਆ ਗਿਆ ਇੱਥੇ ਬੰਗਲਾਦੇਸ਼ ਦੇ ਵਿੱਚ। ਉਹਨਾਂ ਕਿਹਾ ਹਕੀਕਤ ਇਹ ਵੀ ਕਿ ਬੰਗਲਾਦੇਸ਼ ਦੇ ਵਿੱਚ 200 ਨਹੀਂ 2000 ਨੌਜਵਾਨ ਮਾਰੇ ਗਏ ਨੇ। ਉਹ ਛਾਤਰ ਕਹਿੰਦੇ ਨੇ ਸਟੂਡੈਂਟਸ ਨੂੰ, ਤੇ ਉਹਨਾਂ ਕਿਹਾ 2000 ਛਾਤਰ ਮਾਰੇ ਗਏ। ਤੇ ਇਹ ਜਿਹੜੀ ਤਹਿਰੀਕ ਸੀ ਬੁਨਿਆਦੀ ਤੌਰ 'ਤੇ ਮੈਂ ਇੱਕ ਵਲੌਗ ਦੇ ਵਿੱਚ ਦੱਸ ਵੀ ਚੁੱਕਿਆ ਵਾਂ ਕਿ ਇਹਦਾ ਪਸ ਮੰਜ਼ਰ ਇਹ ਵੇ ਕਿ ਜਿਹੜੀ ਹਸੀਨਾ ਵਾਜਦ ਸਨ, ਇਹਨਾਂ ਦੇ ਵਾਲਿਦ ਸ਼ੇਖ ਮੁਜੀਬੁਰ ਰਹਿਮਾਨ ਉਹਨਾਂ ਨੇ ਹੀ ਪਾਕਿਸਤਾਨ ਨੂੰ ਵੱਖ ਕੀਤਾ ਔਰ ਉੱਥੇ ਉਹਨਾਂ ਦੇ ਤੋਂ ਬਾਅਦ ਜਿਹੜੀ ਅਵਾਮੀ ਲੀਗ ਨੇ ਇੱਕ ਸਿਸਟਮ ਮੁਤਾਰਫ ਕਰਾਇਆ, ਜਿਹੜੀ ਇਹਨਾਂ ਦੀ ਜਮਾਤ ਹੈ, ਕਿ ਜਿਹੜੇ ਉਹ ਲੋਕ ਪਾਕਿਸਤਾਨ ਦੇ ਖਿਲਾਫ ਲੜਦੇ ਰਹੇ ਉਹਨਾਂ ਨੂੰ ਉਹ ਜ਼ਾਹਿਰ ਮੁਜਾਹਿਦ ਕਹਿੰਦੇ ਨੇ ਆਜ਼ਾਦੀ ਦੇ, ਉਹਨਾਂ ਦੇ ਖਾਨਦਾਨਾਂ ਨੂੰ ਜਿੰਨੀਆਂ ਮੁਲਾਜ਼ਮਤਾਂ ਨੇ ਸਰਕਾਰੀ ਉਹਦੇ 'ਚ 30% ਕੋਟਾ ਉਹਨਾਂ ਵਾਸਤੇ। ਅੱਛਾ, ਹੁਣ ਲੋਕਾਂ ਨੇ ਉਹਦੇ 'ਤੇ ਇਤਰਾਜ਼ ਕੀਤਾ। ਨੌਜਵਾਨਾਂ ਨੇ ਕਿਹਾ ਕਿ ਸਾਨੂੰ ਨੌਕਰੀਆਂ ਦੀ ਜ਼ਰੂਰਤ ਹੈ, ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈ ਔਰ ਤੁਸੀਂ ਆਪਣੇ ਸਿਆਸੀ ਵਰਕਰਾਂ ਨੂੰ ਨਵਾਜ਼ਣ ਵਾਸਤੇ ਸ਼ੇਖ ਹਸੀਨਾ ਵਾਜਦ ਉਹਨਾਂ ਨੂੰ 30% ਕੋਟਾ ਦੇ ਰਹੀਆਂ ਨੇ ਤੇ ਬਾਕੀ ਨੌਜਵਾਨਾਂ ਦਾ ਕੀ ਬਣੇਗਾ। ਇਹਦੇ ਉੱਤੇ ਸ਼ੇਖ ਹਸੀਨਾ ਵਾਜਦ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਪਾਕਿਸਤਾਨ ਦੇ ਏਜੰਟ ਜੀ, ਪਾਕਿਸਤਾਨ ਦੇ ਲੋਕ ਜੇ ਤੁਸੀਂ। ਜਦੋਂ ਇਹ ਗੱਲ ਹੋਈ ਤੇ ਫਿਰ ਉਹ ਨੌਜਵਾਨਾਂ ਨੂੰ ਦੇ ਵਿੱਚ ਇੱਕ ਇਸ਼ਤਿਆਲ ਪੈਦਾ ਹੋ ਗਿਆ। ਅੱਛਾ, ਇਸ ਇਸ਼ਤਿਆਲ ਦੇ ਵਿੱਚ ਜਿਹੜੇ ਕਾਨੂੰਨ ਨਾਫਿਜ਼ ਕਰਨ ਵਾਲੇ ਇਦਾਰੇ ਸਨ, ਪੁਲਿਸ ਔਰ ਬਾਕੀ, ਉਹ ਅੱਗੇ ਆਏ ਔਰ ਉਹਨਾਂ ਦੇ ਫਾਇਰਿੰਗ ਦੇ ਇੱਥੋਂ ਕਾਫੀ ਨੌਜਵਾਨ ਮਾਰੇ ਗਏ। ਜਦੋਂ ਨੌਜਵਾਨ ਮਾਰੇ ਗਏ ਤੇ ਫਿਰ ਇਹਦੇ ਨਾਲ ਉਹ ਗੁੱਸਾ ਜਿਹੜਾ ਸੀ ਘੱਟ ਨਹੀਂ ਹੋਇਆ, ਨਾ ਉਹ ਇhtਜਾਜ ਰੁਕਿਆ ਬਲਕਿ ਮਜ਼ੀਦ ਵੱਧ ਗਿਆ ਔਰ ਉਹ ਇੱਕ ਸ਼ਹਿਰ ਤੋਂ ਦੂਸਰੇ ਤੋਂ ਤੀਸਰੇ ਸ਼ਹਿਰ ਔਰ ਉਹ ਫੈਲ ਗਿਆ। ਔਰ ਫਿਰ ਅਸੀਂ ਵੇਖਿਆ ਕਿ ਲੱਖਾਂ ਦੀ ਤਾਦਾਦ 'ਚ ਜਿਹੜੇ ਨੌਜਵਾਨ ਨੇ ਇਹ ਬੰਗਲਾਦੇਸ਼ ਦੇ ਸਾਰੇ ਸ਼ਹਿਰਾਂ ਦੇ ਵਿੱਚ ਉਹ ਬਾਹਰ ਆ ਗਏ ਔਰ ਉਹਨਾਂ ਦੇ ਬਾਹਰ ਆਉਣ ਦਾ ਨਤੀਜਾ ਇਹ ਨਿਕਲਿਆ ਕਿ ਉੱਥੇ ਇਨਕਲਾਬ ਦੇ ਨਾਅਰੇ ਲੱਗਣੇ ਸ਼ੁਰੂ ਹੋ ਗਏ। ਫਿਰ ਉਹ ਜਿਹੜਾ ਅੰਸਰ ਹੈਗਾ ਸੀ ਉੱਥੇ ਪ੍ਰੋ ਇੰਡੀਆ, ਉਹ ਡਿਫੈਂਡਿੰਗ ਪੋਜੀਸ਼ਨ 'ਚ ਜਾਣਾ ਸ਼ੁਰੂ ਹੋ ਗਿਆ। ਹਸੀਨਾ ਵਾਜਦ ਜਿਹੜੇ ਉਹਨਾਂ ਨੂੰ ਪ੍ਰੋ ਇੰਡੀਆ ਸਮਝਿਆ ਜਾਂਦਾ ਸੀ ਔਰ ਜਿਹੜਾ ਉਹਨਾਂ ਦਾ ਮੁਖਾਲਫ ਉੱਥੇ ਉੱਠਦਾ ਸੀ, ਜਿਹੜਾ ਤਾਕਤਵਰ ਹੁੰਦਾ ਸੀ, ਉਹ ਉਹਨੂੰ ਪ੍ਰੋ ਪਾਕਿਸਤਾਨ ਦਾ ਕਹਿ ਕੇ ਤੇ ਉਹਦੇ ਖਿਲਾਫ ਇੱਕ ਨਫ਼ਰਤ ਅੰਗੇਜ਼ ਮੁਹਿੰਮ ਚਲਾਉਂਦੇ ਸੀ। ਉਹਨਾਂ ਨੇ ਆਪਣੀ ਜਿਹੜੀ ਰਾਈਵਲ ਹੈਗੀਆਂ ਨੇ ਖਾਲਦਾ ਜ਼ਿਆ, ਉਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਕੈਦ ਕੀਤਾ ਹੋਇਆ ਔਰ ਕੋਈ ਮੁਕੱਦਮਾਤ ਬਣਾਏ ਗਏ ਔਰ ਉਹਨਾਂ ਨੂੰ ਕੈਦ ਦੇ ਵਿੱਚ ਰੱਖਿਆ, ਉਹਨਾਂ ਦੇ ਬੇਟੇ ਨੂੰ ਕੈਦ ਦੇ ਵਿੱਚ ਰੱਖਿਆ। ਤੇ ਇਸ ਤਰ੍ਹਾਂ ਫਿਰ ਉਹਨਾਂ ਨੇ ਮੁਸਲਸਲ ਇੱਕ ਜ਼ਬਰ ਦੀ ਸੂਰਤ ਹਾਲ ਪੈਦਾ ਕਰਕੇ ਉੱਥੇ ਬਾਕੀ ਸਿਆਸੀ ਜਮਾਤਾਂ ਵਾਸਤੇ ਮਹਿਦੂਦ ਕਰ ਦਿੱਤੀ ਸਪੇਸ। ਜਮਾਤ ਇਸਲਾਮੀ ਇੱਕ ਅਹਿਮ ਉੱਥੇ ਪਾਰਟੀ ਹੈਗੀ ਬੰਗਲਾਦੇਸ਼ ਦੀ, ਤੇ ਜਮਾਤ ਇਸਲਾਮੀ ਦੇ ਬਹੁਤ ਸਾਰੇ ਲੀਡਰਸ ਜਿਹੜੇ ਨੇ ਉਹਨਾਂ ਨੂੰ 1971 ਦੇ ਵਿੱਚ ਜੰਗੀ ਜਰਾਇਮ ਦਾ ਮੁਜਰਮ ਕਰਾਰ ਦੇ ਕੇ ਤੇ ਬੰਗਲਾਦੇਸ਼ ਦੀ ਜਿਹੜੀ ਸ਼ੇਖ ਹਸੀਨਾ ਵਾਜਦ ਹੁਕੂਮਤ ਹੈ ਉਹਨੇ ਫਾਂਸੀ ਦਿੱਤਾ ਉਹਨਾਂ ਨੂੰ। ਉਹ ਬਜ਼ੁਰਗ ਹੋ ਚੁੱਕੇ ਸਨ ਉਹ ਲੋਕ ਤੇ ਸ਼ਾਇਦ ਉਹ ਸਜ਼ਾ ਨਾ ਵੀ ਦਿੱਤੀ ਜਾਂਦੀ ਤੇ 2-4 ਸਾਲ ਦੇ ਵਿੱਚ ਉਹਨਾਂ ਨੇ ਕੁਦਰਤੀ ਮੌਤ ਆਪਣੀ ਮਰ ਜਾਣਾ ਸੀ, ਉਹਨਾਂ ਦੀ ਉਮਰ ਜ਼ਿਆਦਾ ਹੋ ਗਈ ਸੀ। ਲੇਕਿਨ ਉਹਨੇ ਆਪਣੇ ਇੰਤਕਾਮ ਨੂੰ ਪੂਰਾ ਕੀਤਾ ਤੇ ਉਸ ਤੋਂ ਬਾਅਦ ਹੀ ਉਹਨਾਂ ਦੇ ਖਿਲਾਫ ਜਿਹੜਾ ਹੈ ਹਸੀਨਾ ਵਾਜਦ ਦੇ ਬੰਗਲਾਦੇਸ਼ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਰਾਏ ਬਣਨੀ ਸ਼ੁਰੂ ਹੋ ਗਈ। ਔਰ ਹੁਣ ਵੀ ਇਹ ਲੋਕਾਂ ਦਾ ਇਹ ਖਿਆਲ ਹੈ ਕਿ ਇਹ ਜਮਹੂਰੀਅਤ ਨਹੀਂ ਸੀ, ਇਹ ਫਾਸ਼ਿਜ਼ਮ ਸੀ ਤੇ ਉਹ ਫਾਸ਼ਿਜ਼ਮ ਦੇ
ਹਵਾਲੇ ਨਾਲ ਆਪਣੇ ਹਰ ਮੁਖਾਲਫ ਦੇ ਉੱਤੇ ਜ਼ੁਲਮ ਕਰ ਰਹੀਆਂ ਸਨ ਔਰ ਹਰ ਉਸ ਬੰਦੇ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਜਿਹੜਾ ਉਹਨਾਂ ਦੇ ਉੱਤੇ ਤਨਕੀਦ ਕਰਦਾ ਸੀ। ਉਹ ਪ੍ਰੈਸ ਹੋਵੇ, ਉਹ ਸਟੂਡੈਂਟਸ ਹੋਣ, ਉਹ ਪੋਲੀਟੀਕਲ ਵਰਕਰ ਹੋਵੇ, ਇਹ ਉਹਨਾਂ ਦਾ ਨਿਸ਼ਾਨਾ ਸੀ। ਅਤੇ ਆਮ ਜਿਹੜਾ ਬੰਦਾ ਹੈ ਉਹ ਵੀ ਉੱਥੇ ਉਹਨਾਂ ਕੋਲੋਂ ਖੁਸ਼ ਨਹੀਂ ਸੀਗਾ ਉਹਨਾਂ ਦੀ ਪੋਲਿਸੀਜ਼ ਤੋਂ। ਅਗਰਚੇ ਅਸੀਂ ਸਾਡੇ ਸਾਹਮਣੇ ਇੱਕ ਸੂਰਤ ਹਾਲ ਫੈਕਟਸ ਫਿਗਰਸ ਦੇ ਨਾਲ ਦੱਸੀ ਜਾਂਦੀ ਕਿ ਬੰਗਲਾਦੇਸ਼ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਬੜੀ ਮਾਸ਼ੀ ਤਰੱਕੀ ਹੋਈ ਔਰ ਉਹ ਅੱਗੇ ਵਧਿਆ, ਲੇਕਿਨ ਇਸ ਮਾਸ਼ੀ ਤਰੱਕੀ ਦੇ ਪਸੇ ਪਰਦਾ ਜਿਹੜੇ ਜਬਰ ਇੱਕ ਹੈਗਾ ਸੀ ਉਹਦੇ ਉੱਤੇ ਕਦੀ ਖੁੱਲ੍ਹ ਕੇ ਗੱਲ ਨਹੀਂ ਹੋਈ। ਅਤੇ ਇਹ ਹੁਣ ਗੱਲਾਂ ਉਹ ਬਾਹਰ ਵੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਸਾਰਾ ਕੁਝ ਇੰਝ ਹੀ ਨਹੀਂ ਸੀ ਹੈਗਾ ਜਿਵੇਂ ਅਸੀਂ ਕਹਿਣ ਡਏ। ਇਹ ਸੂਰਤ ਹਾਲ ਜਿਹੜੀ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਪਹਿਲੇ ਨਾਲੋਂ ਵੀ ਬੁਰੀਆਂ ਹੋ ਗਈਆਂ। ਅਤੇ ਇਹਦੇ ਵਿੱਚ ਅਗਰ ਨਵੀਂ ਸੂਰਤ ਹਾਲ ਜਿਹੜੀ ਪੈਦਾ ਹੋਈ, ਆਰਮੀ ਚੀਫ ਉੱਥੇ ਆ ਗਏ ਔਰ ਉਹਨਾਂ ਨੇ ਉਹ ਕਬਜ਼ਾ ਕਰ ਲਿਆ, ਕਬਜ਼ਾ ਨਹੀਂ ਕਰ ਲਿਆ ਬਲਕਿ ਟੇਕ ਓਵਰ ਕਰ ਲਿਆ, ਇਕਤਦਾਰ ਸੰਭਾਲ ਲਿਆ। ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਅਮਨ ਕਾਇਮ ਰੱਖਾਂਗੇ। ਸਭ ਨਾਲੋਂ ਪਹਿਲੇ ਜਿਹੜੀ ਸਾਡੀ ਤਰਜੀਹ ਹੈ ਉਹ ਅਮਨ ਕਾਇਮ ਰੱਖਣਾ ਹੈਗਾ। ਅਤੇ ਨਾਲ ਹੀ ਉਹਨਾਂ ਕੌਮੀ ਹਕੂਮਤ ਦੀ ਗੱਲ ਜਦੋਂ ਕੀਤੀ ਤਾਂ ਕੌਮੀ ਹਕੂਮਤ ਤੋਂ ਲੋਕ ਇਹ ਸਮਝ ਰਹੇ ਨੇ ਕਿ ਉੱਥੇ ਜਮਾਤ ਇਸਲਾਮੀ ਅਤੇ ਜਿਹੜੀ ਬੰਗਲਾਦੇਸ਼ ਨੈਸ਼ਨਲ ਪਾਰਟੀ ਜਿਹਨੇ ਖਾਲਦਾ ਜ਼ਿਆ ਦੀ ਬੇਗਮ ਖਾਲਦਾ ਜ਼ਿਆ ਦੀ ਜਿਹੜੀ ਪਾਰਟੀ, ਉਹ ਵਾਲੀ ਪਾਰਟੀ, ਉਹਨਾਂ ਦੇ ਲੋਕ ਇਕਤਦਾਰ 'ਚ ਦੁਬਾਰਾ ਆਉਣਗੇ, ਉਹ ਹਿੱਸਾ ਬਣਨਗੇ। ਜ਼ਾਹਿਰ ਹੈ ਅਵਾਮੀ ਲੀਗ ਦੇ ਵੀ ਕੁਝ ਲੋਕ ਉਹਦੇ ਵਿੱਚ ਸ਼ਾਮਲ ਹੋਣਗੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕੁਝ ਅਰਸੇ ਬਾਅਦ ਅਸੀਂ ਇਲੈਕਸ਼ਨ ਕਰਾਵਾਂਗੇ ਔਰ ਜਿਹੜੇ ਫੈਸਲੇ ਹੋਣਗੇ ਇਸ ਦੌਰਾਨ ਉਹ ਫੌਜ ਹੀ ਕਰੇਗੀ, ਯਾਨੀ ਲੀਡ ਫੌਜ ਕਰੇਗੀ ਔਰ ਬਾਕੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਉਹ ਉਹਦੇ ਨਾਲ ਸਾਥ ਦੇਵੇਗੀ ਤਾਂ ਕਿ ਬੰਗਲਾਦੇਸ਼ 'ਚ ਅਮਨ ਕਾਇਮ ਰੱਖ ਕੇ ਅੱਗੇ ਵਧਿਆ ਜਾਵੇ। ਅਤੇ ਇੱਥੇ 2-4 ਸਵਾਲ ਪੈਦਾ ਹੋਏ ਕਿ ਬੰਗਲਾਦੇਸ਼ ਦੀ ਜਿਹੜੀ ਵਜ਼ੀਰ ਆਜ਼ਮ ਸਨ ਮੁਸਤਾਫੀ ਔਰ ਜਿਹੜੀਆਂ ਹੁਣ ਫਰਾਰ ਹੋਈਆਂ ਨੇ, ਉਹ ਪਹਿਲੇ ਪੜਾਅ ਉਹਨਾਂ ਦਾ ਦੱਸਿਆ ਗਿਆ ਕਿ ਉਹ ਇੰਡੀਅਨ ਸਾਈਡ ਦਾ ਜਿਹੜਾ ਬੰਗਾਲ ਹੈ ਉੱਥੇ ਅਗਰਤਲਾ ਦੇ ਸ਼ਹਿਰ ਹੋ ਗਈਆਂ ਔਰ ਫਿਰ ਇਹ ਵੀ ਆਇਆ ਕਿ ਜਨਾਬ ਉਹ ਉੱਥੇ ਨਹੀਂ ਰੁਕਣਗੀਆਂ ਇੰਡੀਆ 'ਚ, ਉਹ ਸ਼ਾਇਦ ਕਿਸੇ ਹੋਰ ਮੁਲਕ ਉੱਥੋਂ ਚਲੀਆਂ ਜਾਣ। ਇੱਕ ਇਹ ਆਈ ਗੱਲ। ਦੂਸਰੀ ਗੱਲ ਇਹ ਹੁੰਦੀ ਕਿ ਇੰਡੀਆ ਦੀ ਜਿਹੜੀ ਬੀਜੇਪੀ ਕਿਆਦਤ ਹੈ ਉਹਦੀ ਇਨਵਾਲਵਮੈਂਟ ਜਿਹੜੀ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਰਹੀ ਹੈ ਔਰ ਕਿੰਨੀ ਹੈਗੀ, ਔਰ ਇਹ ਬੁਹਰਾਨ ਪੈਦਾ ਕਰਨ ਦੇ ਵਿੱਚ ਜਿਹੜੀ ਦੁਨੀਆ ਭਰ ਦੇ ਵਿੱਚ ਆਜ਼ਾਦੀ ਪਸੰਦ ਲੋਕ ਨੇ ਜਿਹੜੇ ਉਹ ਬੀਜੇਪੀ ਨੂੰ ਜਿਸ ਤਰ੍ਹਾਂ ਦੇਖਦੇ ਨੇ ਉਹ ਕੀ ਇਫੈਕਟ ਹੋ ਰਿਹਾ ਸੀ ਇੱਥੇ ਬੰਗਲਾਦੇਸ਼ ਦੇ ਵਿੱਚ, ਇਹ ਵੀ ਗੱਲ ਸਾਹਮਣੇ ਆਉਂਦੀ। ਫਿਰ ਕੁਝ ਸਵਾਲ ਛੱਡ ਜਾਂਦੇ ਨੇ, ਯਾਨੀ ਹਸੀਨਾ ਵਾਜਦ ਦੇ ਜਾਣ ਨਾਲ ਕੁਝ ਸਵਾਲ ਰਹਿ ਜਾਣਗੇ। ਉਹ ਸਵਾਲ ਹੈ ਕਿ ਬੰਗਲਾਦੇਸ਼ ਦੀ ਜਮਹੂਰੀਅਤ, ਬੰਗਲਾਦੇਸ਼ ਦੀ ਮਾਸ਼ੀ ਤਰੱਕੀ ਔਰ ਬੰਗਲਾਦੇਸ਼ ਦੇ ਵਿੱਚ ਜਿਹੜੀ ਕੌਮੀ ਇਤਫਾਕੇ ਰਾਏ, ਇਹਦੇ ਹਵਾਲੇ ਨਾਲ ਅੱਗੇ ਸ਼ਕਲ ਕੀ ਬਣੇਗੀ। ਅਤੇ ਇੱਕ ਅਹਿਮ ਜਿਹੜੀ ਗੱਲ ਹੈ ਜਿਹਦੇ ਉੱਤੇ ਲੋਕ ਸੋਚਦੇ ਨੇ ਕਿ ਜਿਸ ਤਰ੍ਹਾਂ ਕਈ ਜਗ੍ਹਾ ਦੇ ਉੱਤੇ ਨਾਅਰੇ ਲੱਗੇ ਇਸ ਪੂਰੀ ਸਟਰਗਲ ਦੇ ਦੌਰਾਨ ਔਰ ਨੌਜਵਾਨਾਂ ਦੇ ਮਰਨ ਦੇ ਦੌਰਾਨ, ਸ਼ਹਾਦਤਾਂ ਦੇ ਦੌਰਾਨ, ਕਿ ਪਾਕਿਸਤਾਨ ਵਾਸਤੇ ਕੁਝ ਇੱਕ ਸੌਫਟ ਕਾਰਨਰ ਵੇਖਿਆ ਗਿਆ ਔਰ ਲੋਕ ਇਹ ਸਮਝਣ ਲੱਗੇ ਨੇ ਕਿ 1971 ਦੇ ਵਿੱਚ ਸ਼ਾਇਦ ਪਾਕਿਸਤਾਨ ਫੌਜ ਜਾਂ ਪਾਕਿਸਤਾਨ ਦੀ ਹਕੂਮਤ ਇੰਨੀ ਜ਼ਿੰਮੇਦਾਰ ਨਹੀਂ ਸੀ ਹੈਗੀ ਇਸ ਕ੍ਰਾਈਸਿਸ ਦੇ, ਅਲਾਇਦਗੀ ਦੇ ਔਰ ਕਤਲੋ ਗਾਰਤ ਦੀ, ਜਿੰਨੇ ਕਿ ਇੱਥੇ ਉਹ ਗਰੋਹ ਸਨ ਜਿਹੜੇ ਇੰਡੀਆ ਦੀ ਸਪੋਰਟ ਦੇ ਨਾਲ ਕੰਮ ਕਰਨ ਰਹੇ ਸਨ। ਮੁਕਤੀ ਬਾਹਨੀ ਵਗੈਰਾ ਜਿਹੜੇ ਗਰੋਹ ਸਨ ਉਹਨਾਂ ਨੂੰ ਉਸ ਵਕਤ ਵੀ ਇੰਡੀਆ 'ਚੋਂ ਸਪੋਰਟ ਮਿਲੀ ਔਰ ਉਹਨਾਂ ਨੇ ਇੱਥੇ ਐਸੀ ਕੈਫੀਅਤ ਪੈਦਾ ਕੀਤੀ ਕਿ ਲੋਕਾਂ ਦੀ ਬੜੀ ਵੱਡੀ ਤਾਦਾਦ ਦੇ ਵਿੱਚ ਅਮਵਾਤ ਹੋਈਆਂ। ਉੱਥੇ ਹੁਣ ਵੀ ਐਸੇ ਹਜ਼ਾਰਾਂ ਔਰ ਲੱਖਾਂ ਲੋਕ ਮੌਜੂਦ ਨੇ ਕੈਂਪਾਂ ਦੇ ਵਿੱਚ ਜਿਹੜੇ ਪ੍ਰੋ ਪਾਕਿਸਤਾਨੀ ਕਹਿ ਕੇ ਜਿਨ੍ਹਾਂ ਦੇ ਹਕੂਕ ਜਿਹੜੇ ਨੇ, ਰਾਈਟਸ ਜਿਹੜੇ ਨੇ ਉਹ ਗਸਬ ਕੀਤੇ ਗਏ ਔਰ ਖ਼ਾਸ ਤੌਰ 'ਤੇ ਹਸੀਨਾ ਵਾਜਦ ਦੀ ਗਵਰਨਮੈਂਟ ਦੇ ਵਿੱਚ। ਅਤੇ ਹੁਣ ਜਦੋਂ ਹਸੀਨਾ ਵਾਜਦ ਉੱਥੋਂ ਚਲੀਆਂ ਗਈਆਂ ਨੇ ਔਰ ਬੰਗਲਾਦੇਸ਼ ਦਾ ਜਿਹੜਾ ਨਿਜ਼ਾਮ ਹੈ ਉਹ ਫੌਜ ਨੇ ਸੰਭਾਲ ਲਿਆ, ਅਤੇ ਇੱਕ ਸਵਾਲ ਇਹ ਆਏਗਾ ਕਿ ਕੀ ਬੰਗਲਾਦੇਸ਼ ਦੀ ਸਿਆਸਤ ਦੇ ਵਿੱਚ ਜਿਹੜਾ ਸਾਡੇ ਤੱਕ ਇੱਕ ਆਉਂਦਾ ਸੀ ਨਾ ਕਿ ਪਾਕਿਸਤਾਨ ਦੇ ਖਿਲਾਫ ਨਫ਼ਰਤ ਵਾਲੀ ਗੱਲ ਜਾਂ ਜਿਹੜੀ ਤਸਵੀਰ ਕਿਸੇ ਲੀਡਰਸ਼ਿਪ ਦੇ ਨਾਲ ਉਹਨਾਂ ਨੇ ਉਤਰਾਉਣੀ ਅਤੇ ਉਹਦੀ ਬੈਕ ਦੇ ਉੱਤੇ ਉਹ ਵਾਲੀ ਤਸਵੀਰ ਲਗਵਾ ਦੇਣੀ, ਉਹ ਪੇਂਟਿੰਗ ਲਗਾ ਦੇਣੀ ਜਿਹਦੇ ਵਿੱਚ ਪਾਕਿਸਤਾਨੀ ਫੌਜ ਦੇ ਆਰਮੀ ਚੀਫ ਉਸ ਵਕਤ ਫੌਜੀ ਜਨਰਲ ਜਿਹੜੇ ਸਨ ਉਹ ਜਨਰਲ ਅਰੋੜਾ ਦੇ ਸਾਹਮਣੇ ਸਰੈਂਡਰ ਕਰ ਰਹੇ ਸਨ, ਉਹ ਸਰੈਂਡਰ ਦੀ ਡਾਕੂਮੈਂਟ ਦੇ ਉੱਤੇ ਸਾਈਨ ਕਰ ਰਹੇ ਸਨ, ਉਹ ਮੈਸੇਜ ਪਾਕਿਸਤਾਨ ਨੂੰ ਬਾਰ-ਬਾਰ ਦੇਣਾ। ਅਤੇ ਕੀ ਇਹਦੇ 'ਚ ਕੋਈ ਕਮੀ ਆਏਗੀ ਹੁਣ, ਔਰ ਬੰਗਲਾਦੇਸ਼ ਔਰ ਪਾਕਿਸਤਾਨ ਦੇ ਨਵੇਂ ਜਿਹੜੇ ਤਾਲੁਕਾਤ ਨੇ ਉਹ ਕਿਸ ਤਰ੍ਹਾਂ ਇਸਤਵਾਰ ਹੋਣਗੇ। ਇਹ ਕੁਝ ਚੀਜ਼ਾਂ ਨੇ ਜਿਹੜੀਆਂ ਫੌਰੀ ਤੌਰ 'ਤੇ ਸਾਹਮਣੇ ਆਈਆਂ ਔਰ ਅਸੀਂ ਮੁਨਾਸਿਬ ਸਮਝਿਆ ਕਿ ਇਹਦੇ ਉੱਤੇ ਕਮੈਂਟ ਕੀਤਾ ਜਾਵੇ ਅਤੇ ਆਪਣੇ ਜਿਹੜੇ ਦੋਸਤ ਨੇ ਉਹਨਾਂ ਨੂੰ ਇਹਦੇ ਵਿੱਚ ਸ਼ੇਅਰ ਕੀਤਾ ਜਾਵੇ। ਅਤੇ ਜਿੰਦੇ ਰਹੋ, ਵਸਦੇ ਰਹੋ।